एग्जाम होएगा। 1563 विद्यार्थी याद करा दी। जो शुरुआत ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੇ 1563 ਵਿਦਿਆਰਥੀ ਨੇ ਜਿਨ੍ਹਾਂ ਨੂੰ ग्रेस मार्क्स मिले हुए ने ਤਾਂ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਉਹ ਪੇਪਰ ਦੇਣਾ ਹੋਏਗਾ और या फिर ये ऑप्शन होवे कि ग्रेस मार्क्स ਜਿਹੜੇ ਨੇ ਉਹ ਹਟਾ ਕੇ ਉਹਨਾਂ ਨੂੰ ਜਿਹੜਾ ਮਾਰਕਸ ਨੇ ਉਹ ਫਾਈਨਲ ਦੇ ਦਿੱਤੇ ਜਾਣ। ਦਾ ਵਿਵਾਦ ਹੋਣ ਤੇ ग्रेस मार्क्स ਜਿਹੜੇ ਨੇ ਰੱਦ ਕੀਤੇ ਗਏ ਸਨ और ਰੀ एग्जाम ਦੇ ਲਈ 6 ਨਵੇਂ ਟੈਸਟ ਸੈਂਟਰਸ ਜਿਹੜੇ ਨੇ ਉਹ ਬਣਾਏ ਗਏ ਨੇ। ਅੱਜ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਨੂੰ 5:20 ਤੱਕ ਇਹ ਪੇਪਰ ਹੋਣਾ ਹੈ। एनटीए ने केंद्र ऑब्जर्वर्स ਜਿਹੜੇ ਨੇ ਕੇਂਦਰ ਤੇ ऑब्जर्वर ਨਿਯੁਕਤ ਕੀਤੇ ਹੋਏ ਨੇ। ਪ੍ਰੀਖਿਆ ਦੌਰਾਨ एनटीए ਤੇ ਸਿੱਖਿਆ ਮੰਤਰਾਲੇ ਦੇ ਅਧਿਕਾਰੀ ਵੀ ਐਗਜ਼ਾਮੀਨੇਸ਼ਨ ਸੈਂਟਰਾਂ ਤੇ ਮੌਜੂਦ ਰਹਿਣਗੇ। ਚੰਡੀਗੜ੍ਹ ਦੇ ਵਿੱਚ ਸਿਰਫ ਇੱਕ ਹੀ ਕੇਂਦਰ ਤੇ ਜਿਹੜਾ ਇਮਤਿਹਾਨ ਹੈ ਉਹ ਲਿਆ ਜਾਏਗਾ। ਇੱਥੇ ਸਿਰਫ 2 ਉਮੀਦਵਾਰ ਹੀ ਪ੍ਰੀਖਿਆ ਦੇਣਗੇ। ਸੁਭਾਵਿਕ ਤੌਰ ਤੇ ਜਿਹੜੇ ਸੈਂਟਰਸ ਗ੍ਰੇਸ ਮਾਰਕਸ ਦਾ ਜ਼ਿਕਰ ਕੀਤਾ ਜਾਏ ਉਹ ਦਿੱਤੇ ਗਏ ਸੀ ਤਾਂ ਗ੍ਰੇਸ ਮਾਰਕਸ ਉਸ ਬਿਹਾਫ ਤੇ ਦਿੱਤੇ ਗਏ ਸੀ ਕਿਉਂਕਿ ਸਮਾਂ ਜਿਹੜਾ ਹੈ ਉਹ ਥੋੜਾ ਖਰਾਬ ਹੋਇਆ ਸੀ ਕਿਉਂਕਿ ਟੈਕਨੀਕਲ ਇਸ਼ੂ ਸੀ ਔਰ ਉਹ ਸਾਰੀਆਂ ਚੀਜ਼ਾਂ ਪਿਛਲੇ ਦਿਨਾਂ ਸਾਫ਼ ਹੋਈਆਂ ਨੇ ਤਾਂ ਅੱਜ ਦੁਬਾਰਾ ਤੋਂ ਜਿਹੜਾ ਹੈ ਉਹ ਪੇਪਰ ਦਿੱਤਾ ਜਾਏਗਾ। ਤਾਂ ਪੇਪਰ ਦੇ ਬਾਅਦ ਦੇ ਨਾਲ ਜੁੜੀ ਜਿਹੜੀ ਹੈ ਵੱਡੀ ਖਬਰ ਦਾ ਵੀ ਅਸੀਂ ਜ਼ਿਕਰ ਕਰਾਂਗੇ ਔਰ ਕੁਝ ਹੀ ਸਕਿੰਟਾਂ ਦੇ ਵਿੱਚ ਤੁਹਾਡੀ ਸਕਰੀਨ ਤੇ ਹੋਏਗੀ ਪੇਪਰ ਵਿਵਾਦ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਕਿਉਂਕਿ 1563 ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਵੱਲੋਂ ਪੇਪਰ ਦਿੱਤਾ ਜਾਣਾ ਹੈ। ਇਹ 1563 ਵਿਦਿਆਰਥੀ ਯਾਦ ਕਰਾ ਦਈਏ ਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਸੀ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤਾ ਸੀ ਕਿ ਜਿਨ੍ਹਾਂ ਨੂੰ ਗ੍ਰੇਸ ਮਾਰਕਸ ਮਿਲੇ ਨੇ ਤਾਂ ਉਹਨਾਂ ਦਾ ਪੇਪਰ ਦੁਬਾਰਾ ਲਿਆ ਜਾਏ ਜਾਂ ਫਿਰ ਜਿਹੜੇ ਗ੍ਰੇਸ ਮਾਰਕਸ ਦਿੱਤੇ ਗਏ ਸੀ ਉਹ ਹਟਾ ਕੇ ਹੀ ਜਿਹੜਾ ਹੈ ਉਹ ਦੁਬਾਰਾ ਉਹਨਾਂ ਨੂੰ ਰਿਜ਼ਲਟ ਦਿੱਤਾ ਜਾਵੇ ਯਾਨੀ ਕਿ ਉਹ ਕੱਟ ਕੇ ਗ੍ਰੇਸ ਮਾਰਕਸ ਔਰ ਜਿੰਨੇ ਬਾਕੀ ਬਣਦੇ ਨੇ ਨੰਬਰ ਉਸ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਰਿਜ਼ਲਟ ਦੇ ਦਿੱਤਾ ਜਾਵੇ। ਪਰ ਇਸੇ ਦੇ ਵਿਚਾਲੇ 1563 ਵਿਦਿਆਰਥੀ ਅੱਜ ਪੇਪਰ ਦੇਣਗੇ। ਤਾਂ ਪੇਪਰ ਵਿਵਾਦ ਦੇ ਨਾਲ ਜੁੜੀ ਹੋਰ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ। ਨੈਸ਼ਨਲ ਟੈਸਟਿੰਗ ਏਜੰਸੀ ਐਨਟੀਏ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ। ਐਨਟੀਏ ਦੇ ਡੀਜੀ ਸੁਬੋਧ ਕੁਮਾਰ ਨੂੰ ਹਟਾ ਦਿੱਤਾ ਗਿਆ ਹੈ। ਰਿਟਾਇਰਡ ਆਈਐਸ ਪ੍ਰਦੀਪ ਸਿੰਘ ਖਰੋਲਾ ਜਿਹੜੇ ਨੇ ਐਨਟੀਏ ਦੇ ਨਵੇਂ ਡੀਜੀ ਹੋਣਗੇ। कर्नाटक कैडर के आईएएस रहे ने प्रदीप सिंह खरोला का दसदा है कि एनटीए लगातार विवादां दे विच घिरी हुई है। एनटीए ते लगातार सवाल उठ रहे ने कि आखिरकार इन्नी वड्डी एजेंसी तक किस तरीके दे नाल भरोसा बच्चियां दा जिहड़े बहुत लखां दी तादाद च मेहनत करदे ने उन्हां दा बिल्कुल टैटेरी होया है और काफ़ी ज़्यादा रोस वेखण नूं मिल रहा है। तां मुद्दा सिर्फ ਅਸੀਂ ਕਹਿ ਲਈਏ ਕਿ ਬੱਚਿਆਂ ਤੱਕ ਸੀਮਤ ਨਹੀਂ ਹੈ ਸਿਆਸੀ ਤੌਰ ਤੇ ਵੀ ਹੈ ਔਰ ਸੁਭਾਵਿਕ ਤੌਰ ਤੇ ਨੈਸ਼ਨਲ ਟੈਸਟਿੰਗ ਏਜੰਸੀ ਦਾ ਜ਼ਿਕਰ ਕੀਤਾ ਜਾਵੇ ਤਾਂ ਸਰਕਾਰ ਦੇ ਹੇਠਾਂ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਸੁਭਾਵਿਕ ਤੌਰ ਤੇ ਸਰਕਾਰ ਤੇ ਸਵਾਲ ਉੱਠ ਰਹੇ ਨੇ ਔਰ ਇਸ ਦੇ ਵਿਚਾਲੇ ਇੱਕ ਵੱਡੀ ਤਬਦੀਲੀ ਕੀਤੀ ਗਈ ਹੈ। ਐਨਟੀਏ ਦੇ ਡੀਜੀ ਸੁਬੋਧ ਕੁਮਾਰ ਨੂੰ ਹਟਾ ਦਿੱਤਾ ਗਿਆ ਹੈ ਤਾਂ ਰਿਟਾਇਰਡ ਆਈਐਸ ਪ੍ਰਦੀਪ ਖਰੋਲਾ ਜਿਹੜੇ ਨੇ ਐਨਟੀਏ ਦੇ ਨਵੇਂ ਡੀਜੀ ਹੋਣਗੇ। ਕਰਨਾਟਕ ਕੈਡਰ ਦੇ ਆਈਐਸ ਨੇ ਪ੍ਰਦੀਪ ਸਿੰਘ ਖਰੋਲਾ ਤਾਂ ਸੁਭਾਵਿਕ ਤੌਰ ਤੇ ਜਿਹੜੇ ਹੈੱਡ ਨੇ ਉਹ ਬਦਲ ਦਿੱਤੇ ਗਏ ਨੇ और हुण उस तो बाद अगे तो अगे एक्शन हो रहा है। सीबीआई जांच भी होएगी। मामले दे विच बहुत सारे खुलासे अगे संभव मन्ने जा रहे हैं। से एक एग्जाम नीट का पीजी एग्जाम आज रात को पोस्टपोन कर दिया गया। बच्चे ट्रैवल करके पहुंच चुके होंगे अपने अपने सेंटर्स पे और एक रात पहले ये घोषणा कर देना कि अब एग्जाम नहीं होगा, ये सरकार एग्जाम नहीं करा पा रही है। नौजवानों के बीच ये सरकार अपना विश्वास पूरी तरह से खो चुकी है। जो शिक्षा मंत्री आज से 4 दिन पहले एनटीए को क्लीन चिट दे रहे थे अब एनटीए के डायरेक्टर जनरल जो एग्जाम्स के हैं उनको हटा रहे हैं। ये क्या लीपापोती चल रही है? किसको बचाया जा रहा है? क्या एक अफसर जिम्मेदार है सारे एग्जाम्स में जो घपले हो रहे हैं उसमें? क्या उसके ऊपर किसी का वरदहस्त नहीं है? ये जांच कब होगी? कब ये सारे जवाब लोगों को मिलेंगे? कब ये सरकार सिर्फ एग्जाम ठीक करा पाएगी? ये जवाब इन सवालों के जवाब अब लोगों को नहीं मिल रहे। जैसा कि मैंने कहा कि नौजवानों के बीच ये सरकार अपना विश्वास पूरी तरह से खो चुकी है। आज हमने देखा कि जो नीट पीजी का एग्जाम आज उसको पोस्टपोन कर दिया गया और हम सब जानते हैं कि देश के अलग अलग इलाकों से लोग जाते हैं दूसरी जगह एग्जाम देने, छात्र जाते हैं परीक्षा देने के लिए, लेकिन ये सरकार इतनी विफल हो चुकी है कि हर जगह वो छात्रों और युवाओं के मुद्दे पर, छात्रों और युवाओं के सवालों पर विफल दिखाई दे रही है। हमने देखा कि नीट पीजी से लेकर यूजीसी नेट, उसके बाद सीएसआईआर नेट और उसके साथ ही साथ मैं जोड़ना चाहूँगा कि बिहार टेट, जहाँ जहाँ एनडीए की गवर्नमेंट है वहाँ वहाँ ये स्कैम आ रहे हैं, खुल कर आ रहे हैं और एग्जाम को पोस्टपोन किया जा रहा है, छात्रों को परेशान किया जा रहा है और यही एनडीए की सरकार है जो लगातार छात्रों और युवाओं के पीठ पर छुरा घोंप रही है। 8 बजे सुबह रिपोर्टिंग टाइम था, 9 से 12:30 बजे का टाइमिंग था
और वो एग्ज़ाम को पोस्टपोन कर दिया गया है। उस प्रेस रिलीज में उन्होंने मेंशन किया है कि इसकी इंटीग्रिटी को, एग्ज़ाम की इंटीग्रिटी को और सेंसिटिविटी को देखते हुए एग्ज़ाम को पोस्टपोन किया जाता है। एट द लास्ट मोमेंट 10 घंटे पहले एग्ज़ाम से एग्ज़ाम को पोस्टपोन किया जा रहा है। मतलब ये बहुत ही एक नीट यूजी के बाद एक नया स्कैम, नीट यूजी का स्कैम हुआ। इसका मतलब सरकार को ये पूरा भरोसा था कि एग्ज़ाम पेपर लीक हुआ ही है। पहले नीट यूजी का एग्ज़ाम लीक हुआ, उसके बाद भी अभी तक सरकार ये काम चल ही रही है। उसके बाद नीट पीजी जो कि डॉक्टर्स का एग्ज़ाम है, 2 लाख MBBS डॉक्टर्स इस एग्ज़ाम को देने वाले हैं। नीट पीजी को इतना बड़ा एग्ज़ाम है ये। 10 घंटे पहले लोग कहाँ सेंटर से 500 किलोमीटर कोई कहाँ से दूर से आया हुआ है, जो डॉक्टर्स हैं उनके साथ पूरा खिलवाड़ किया जा रहा है। ये उनकी हेल्थ के साथ मेंटली टॉर्चर किया जा रहा है ये सरकार के द्वारा। मिनिस्ट्री ऑफ हेल्थ एज वेल एज मिनिस्ट्री ऑफ एजुकेशन सभी इसके लिए रिस्पॉन्सिबल हैं। ये कोई तरीका नहीं होता। एट द लास्ट मोमेंट पे उन्होंने ये बोल दिया, जवाब दे दिया कि इंटीग्रिटी देखते हुए एग्ज़ाम को पोस्टपोन किया जा रहा है। उन स्टूडेंट्स का हम सरकार से यही अनुरोध करते हैं, इस पे सख्त से सख्त कदम उठाए। नीट पीजी के एग्ज़ाम को जो कंडक्ट करवा रहा है, नीट यूजी के जो एग्ज़ाम को कंडक्ट करवा रहा था NTA, सब पे सख्त से सख्त कार्रवाई होनी चाहिए, तत्काल प्रभाव से होनी चाहिए। तभी मेडिकल एजुकेशन सिस्टम जो भारत का पूरी तरह से विफल हो चुका है, खत्म हो चुका है, मैं कहूँगा बर्बाद हो चुका है, वो तभी वापस रीबिल्ड होगा। ਤਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਬੱਚਿਆਂ ਦੇ ਵੱਲੋਂ ਵੀ ਔਰ ਖਾਸ ਤੌਰ ਤੇ ਸਿਆਸਤਦਾਨਾਂ ਦੇ ਵੱਲੋਂ ਵੀ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ। ਉਹਨਾਂ ਦਾ ਕਹਿਣਾ ਕਿ ਐਨ ਮੌਕੇ ਤੇ ਆ ਕੇ ਇਸ ਕਿਸਮ ਦੇ ਨਾਲ ਜਿਹੜਾ ਪੋਸਟਪੋਨ ਕਰਨਾ ਪੇਪਰ ਨੂੰ, ਕਿਉਂਕਿ ਪਹਿਲਾਂ ਦੱਸਿਆ ਜਾ ਸਕਦਾ ਸੀ ਬਹੁਤ ਸਾਰੇ ਬੱਚੇ ਘਰਾਂ ਤੋਂ ਨਿਕਲ ਗਏ ਸਨ ਔਰ ਸੁਭਾਵਿਕ ਤੌਰ ਤੇ ਇਹ ਉਹੀ ਬੱਚੇ ਅਤੇ ਮਾਪੇ ਸਮਝ ਸਕਦੇ ਨੇ ਜੋ ਇੰਨੀ ਦੂਰੋਂ ਸੈਂਟਰ ਤੱਕ ਪਹੁੰਚਦੇ ਨੇ ਔਰ ਸੁਭਾਵਿਕ ਤੌਰ ਤੇ ਜਿਹੜਾ ਹੈ ਉਹਨਾਂ ਨੂੰ ਸਮਾਂ ਵੀ ਲੱਗਦਾ ਹੈ ਔਰ ਨਾਲ ਹੀ ਖੱਜਲ ਖੁਆਰੀ ਵੀ ਹੁੰਦੀ ਹੈ ਔਰ ਕੁੱਲ ਮਿਲਾ ਕੇ ਮਿਹਨਤ ਕੀਤੀ ਹੁੰਦੀ ਹੈ, ਉਸ ਨੂੰ ਲੈ ਕੇ ਵੀ ਚਿੰਤਾ ਜਿਹੜੀ ਹੈ ਬੱਚਿਆਂ ਨੂੰ ਵੱਧ ਰਹੀ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਬੱਚੇ ਜਿਹੜੇ ਨੇ ਨੀਟ ਦੇ ਨੇ ਔਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਰੀਨੀਟ ਹੋਣਾ ਚਾਹੀਦਾ ਹੈ ਔਰ ਕਈ ਕਹਿ ਰਹੇ ਨੇ ਕਿ ਨੋ ਰੀਨੀਟ, ਯਾਨੀ ਕਿ ਕਈਆਂ ਨੂੰ ਲੱਗਦਾ ਹੈ ਕਿ ਦੁਬਾਰਾ ਤੋਂ ਪੇਪਰ ਹੋਵੇ ਔਰ ਕਈਆਂ ਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਪੇਪਰ ਹੋਵੇ। ਤਾਂ ਕੁੱਲ ਮਿਲਾ ਕੇ ਇਹ ਸਾਰਾ ਮਾਮਲਾ ਜਿਹੜਾ ਹੈ ਔਰ ਬੱਚਿਆਂ ਦੇ ਭਵਿੱਖ ਦਾ ਹੁਣ ਤੈਅ ਕੀਤਾ ਜਾਣਾ ਹੈ ਔਰ ਖਾਸ ਤੌਰ ਤੇ ਇਸ ਵੇਲੇ ਤਾਂ ਸਰਕਾਰ ਹੀ ਫੈਸਲੇ ਲੈ ਰਹੀ ਹੈ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਹੈ ਚੱਲਿਆ ਜਾਵੇਗਾ। ਜੇਕਰ ਹੋਰ ਐਗਜ਼ਾਮਸ ਦਾ ਜ਼ਿਕਰ ਕੀਤਾ ਜਾਏ, ਕਿਉਂਕਿ ਅੱਜ ਮੌਕੇ ਤੇ ਜਿਹੜਾ ਹੈ ਉਹ ਐਗਜ਼ਾਮ ਪੋਸਟਪੋਨ ਕਰ ਦਿੱਤਾ ਗਿਆ ਹੈ ਇਸ ਵੇਲੇ ਐਂਟਰੈਂਸ ਦਾ ਐਗਜ਼ਾਮ, ਔਰ ਉਸ ਤੋਂ ਪਹਿਲਾਂ ਨੈਟ ਦਾ ਜ਼ਿਕਰ ਕੀਤਾ ਜਾਏ ਤਾਂ ਉਹ ਨੈਟ ਦਾ ਪੇਪਰ ਹੋ ਚੁੱਕਿਆ ਸੀ ਔਰ ਉਸ ਨੂੰ ਬਾਅਦ ਦੇ ਵਿੱਚ ਰੱਦ ਕਰ ਦਿੱਤਾ ਗਿਆ। 18 ਨੂੰ ਪੇਪਰ ਹੋਇਆ, ਉਹ 19 ਨੂੰ ਰੱਦ ਕਰ ਦਿੱਤਾ ਗਿਆ। ਇਸ ਕਿਸਮ ਦੇ ਨਾਲ ਇਹ ਫੈਸਲੇ ਲਏ ਜਾ ਰਹੇ ਨੇ। ਤਾਂ ਧਾਂਦਲੀਆਂ ਕਿੰਨੀਆਂ ਹੋਈਆਂ, ਗੜਬੜੀਆਂ ਕਿੰਨੀਆਂ ਹੋਈਆਂ, ਇਹ ਲਗਾਤਾਰ ਸਾਫ਼ ਹੋ ਰਿਹਾ ਹੈ ਔਰ ਇਸ ਦੇ ਵਿਚਾਲੇ ਬੱਚਿਆਂ ਦੇ ਨਾਲ ਜੁੜੇ ਅਹਿਮ ਫੈਸਲੇ ਜਿਹੜੇ ਨੇ ਉਸ ਵੇਲੇ ਲਏ ਜਾ ਰਹੇ ਨੇ। NTA ਮਾਮਲੇ ਦੇ ਵਿੱਚ ਹਾਈ ਲੈਵਲ ਐਕਸਪਰਟ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਨੇ ਦੱਸਿਆ